So let us start from the topic embryo to build the flow. Embryo develops at the micropylar end of the embryo sac where the zygote is situated. ਆਪਾਂ ਨੇ ਪਹਿਲਾਂ ਹੀ ਦੇਖਿਆ ਸੀਗਾ ਕਿ ਜਿਹੜਾ ਐਂਬਰੀਓ ਹੈ ਉਹ ਕੀ ਹੈ, ਐਂਬਰੀਓ ਸੈਕ ਦੇ ਕਿੱਧਰਲੇ ਪਾਸੇ ਬਣਦਾ ਹੈਗਾ, ਮਾਈਕਰੋਪਾਈਲਰ ਐਂਡ ਤੇ ਬਣਦਾ, ਕਿਉਂਕਿ ਉੱਥੇ ਕੀ ਹੁੰਦਾ ਐਗ apparatus ਹੁੰਦਾ ਹੈਗਾ ਮਾਈਕਰੋਪਾਈਲਰ ਐਂਡ ਦੇ ਉੱਪਰ। ਤੇ ਐਂਬਰੀਓ ਕਦੋਂ ਬਣਦਾ ਹੈਗਾ, ਜ਼ਾਈਗੋਟ ਤੋਂ ਬਣਦਾ ਹੈ। ਤੇ ਜ਼ਾਈਗੋਟ ਕਿੱਦੋਂ ਬਣਦਾ, ਐਗ ਸੈਲ ਤੇ ਮੇਲ ਗਮੇਟ ਡਿਫਿਊਜ਼ਨ ਤੋਂ ਬਣਦਾ। ਤੇ ਉਹ ਸਭ ਕੁਝ ਕਿੱਧਰ ਹੁੰਦਾ ਹੈਗਾ, ਮਾਈਕਰੋਪਾਈਲਰ ਐਂਡ ਤੇ ਹੁੰਦਾ ਹੈਗਾ। Most zygotes divide only after a certain amount of endosperm is formed. ਜਿਹੜੇ ਕਾਫੀ ਸਾਰੇ ਜ਼ਾਈਗੋਟਸ ਹੁੰਦੇ ਆ ਉਹ ਉਦੋਂ ਹੀ ਡਿਵੈਲਪ ਕਰਦੇ ਆ ਜਦੋਂ ਇੱਕ ਸਰਟਨ ਅਮਾਊਂਟ ਆਫ ਐਂਡੋਸਪਰਮ ਬਣ ਜਾਂਦਾ। ਕਿਉਂਕਿ ਜਿਹੜਾ ਐਂਡੋਸਪਰਮ ਹੈ ਨਾ ਉਹਦਾ ਕੰਮ ਹੁੰਦਾ ਹੈਗਾ ਐਂਬਰੀਓ ਨੂੰ, ਜ਼ਾਈਗੋਟ ਨੂੰ ਜਾਂ ਡਿਵੈਲਪਿੰਗ ਐਂਬਰੀਓ ਨੂੰ ਤੁਸੀਂ ਕਹਿ ਰਹੇ ਹੋ ਨਰਿਸ਼ਮੈਂਟ ਦੇਣ ਦਾ ਕੰਮ ਹੁੰਦਾ ਹੈਗਾ। ਅਗਰ ਜਿਹੜੀ ਚੀਜ਼ ਨਰਿਸ਼ਮੈਂਟ ਦੂਜੀ ਚੀਜ਼ ਨੂੰ ਪ੍ਰੋਵਾਈਡ ਕਰਨੀ ਉਹ ਚੀਜ਼ ਖੁਦ ਹੀ ਡਿਵੈਲਪ ਹੋਈ ਤਾਂ ਦੂਜੀ ਚੀਜ਼ ਨੂੰ ਕਿੱਦਾਂ ਨਰਿਸ਼ਮੈਂਟ ਪ੍ਰੋਵਾਈਡ ਕਰੂਗੀ। ਤਾਂ ਐਂਡੋਸਪਰਮ ਦਾ ਬਣਨਾ ਐਂਬਰੀਓ ਦੀ ਡਿਵੈਲਪਮੈਂਟ ਤੋਂ ਪਹਿਲਾਂ ਬਹੁਤ ਜ਼ਰੂਰੀ ਹੁੰਦਾ ਹੈਗਾ। ਦਿਸ ਇਜ਼ ਐਨ ਅਡੈਪਟੇਸ਼ਨ ਟੂ ਪ੍ਰੋਵਾਈਡ ਅਸ਼ੋਰ ਨਿਊਟ੍ਰੀਸ਼ਨ ਟੂ ਦ ਡਿਵੈਲਪਿੰਗ ਐਂਬਰੀਓ। ਠੀਕ ਹੈ, ਐਂਡੋਸਪਰਮ ਪਹਿਲਾਂ ਕਿਉਂ ਬਣਦਾ, ਐਂਡੋਸਪਰਮ ਦੀ ਡਿਵੈਲਪਮੈਂਟ ਐਂਬਰੀਓ ਦੀ ਡਿਵੈਲਪਮੈਂਟ ਨਾਲੋਂ ਪਹਿਲਾਂ ਕਿਉਂ ਹੁੰਦੀ ਹੈ, ਕਿਉਂਕਿ ਇੱਕ ਅਡੈਪਟੇਸ਼ਨ ਹੈ ਕਾਹਦੇ ਲਈ, ਡਿਵੈਲਪਿੰਗ ਐਂਬਰੀਓ ਨੂੰ ਅਸ਼ੋਰਡ ਨਿਊਟ੍ਰੀਸ਼ਨ ਪ੍ਰੋਵਾਈਡ ਕਰਨ ਦੇ ਲਈ, ਕਿ ਜਿਹੜਾ ਡਿਵੈਲਪਿੰਗ ਐਂਬਰੀਓ ਕਿਤੇ ਭੁੱਖ ਕਰਕੇ ਨਾ ਮਰ ਜਾਏ, ਉਹਨੂੰ ਆਪਾਂ ਪੂਰਾ ਖਾਣਾ ਦਈਏ। ਦੋ ਦ ਸੀਡਸ ਡਿਫਰ ਗ੍ਰੇਟਲੀ ਦ ਅਰਲੀ ਸਟੇਜਸ ਆਫ ਐਂਬਰੀਓ ਡਿਵੈਲਪਮੈਂਟ ਐਂਬਰੀਓਜੈਨੀ ਆਰ ਸਿਮਿਲਰ ਇਨ ਬੋਥ ਮੋਨੋਕੋਟਸ ਐਂਡ ਡਾਈਕੋਟਸ। ਠੀਕ ਹੈ, ਹਾਲਾਂਕਿ ਮੋਨੋਕੋਟ ਸੀਡ ਅਤੇ ਡਾਈਕੋਟ ਸੀਡ ਦੇ ਵਿੱਚ ਬਹੁਤ ਸਾਰੇ ਅੰਤਰ ਹੁੰਦੇ ਆ, ਬਹੁਤ ਜ਼ਿਆਦਾ ਇੱਕ ਦੂਸਰੇ ਤੋਂ ਡਿਫਰ ਕਰਦੇ ਨੇ, ਹੈ ਨਾ। ਬਟ ਜਿਹੜੇ ਉਹਨਾਂ ਦੀ ਐਂਬਰੀਓ ਡਿਵੈਲਪਮੈਂਟ ਦੀਆਂ ਅਰਲੀ ਸਟੇਜਸ ਨੇ, ਹੈ ਨਾ, ਮੋਨੋਕੋਟੀਲੀਡੋਨਸ ਦੀਆਂ ਅਤੇ ਡਾਈਕੋਟੀਲੀਡੋਨਸ ਦੇ ਜਿਹੜੇ ਨੇ ਉਹਨਾਂ ਦੀ ਐਂਬਰੀਓ ਡਿਵੈਲਪਮੈਂਟ ਦੇ ਅਰਲੀ ਸਟੇਜਸ ਨੇ, ਠੀਕ ਹੈ, ਉਹ ਸੇਮ ਹੁੰਦੀਆਂ ਨੇ, ਕਾਫੀ ਸਿਮਿਲਰ ਹੁੰਦੀਆਂ ਨੇ, ਐਗਜ਼ੈਕਟਲੀ ਸੇਮ ਨਹੀਂ ਹੁੰਦੀਆਂ। ਠੀਕ ਹੈ, ਅਤੇ ਐਂਬਰੀਓਜੈਨਿਕ ਹੁੰਦੇ ਸਟੱਡੀ ਆਫ ਐਂਬਰੀਓ ਨੂੰ ਐਂਬਰੀਓਜੈਨਿਕ ਕਿਹਾ ਜਾਂਦਾ ਹੈਗਾ। Figure 1.13 depicts the stages of embryogeny in a dicotyledonous embryo. ਆਪਾਂ ਨੇ ਫਿਗਰ 1.13 ਵੈਸੇ ਤਾਂ ਪਿਛਲੀ ਵੀਡੀਓ ਦੇ ਵਿੱਚ ਦੇਖ ਲਈ ਸੀ, ਜਿਹਦੇ ਵਿੱਚ ਆਪਾਂ ਨੂੰ dicotyledonous embryo ਦੀ ਕੀ ਦਿੱਤੀ ਹੋਈ ਹੈ, ਡਿਵੈਲਪਮੈਂਟ ਦਿੱਤੀ ਹੋਈ ਹੈ। Here is a zygote. So a zygote then develops into a proembryo. A proembryo then develops into globular embryo, then heart-shaped embryo, then a mature embryo. This is how the development of a zygote takes place. And these early developments are similar in monocotyledons and dicotyledons. Figure 1.13 depicts the stages of embryogeny in a dicotyledonous embryo. We have already seen it. The stages of early development are same, but the figure depicts the stages of the development of dicotyledonous embryo. मतलब कि ਜੇ ਤੁਹਾਨੂੰ ਫਿਗਰ ਆਈਡੈਂਟੀਫਿਕੇਸ਼ਨ ਆਵੇ ਕਿ ਕਾਹਦੀ ਫਿਗਰ ਆ, ਅਤੇ ਉੱਥੇ ਫਸਟ ਆਪਸ਼ਨ ਹੋਵੇ ਕਿ ਡਾਈਕੋਟੀਲੀਡਨਸ ਐਂਬਰੀਓ ਦੀ ਡਿਵੈਲਪਮੈਂਟ ਦੀ ਆ, ਸੈਕਿੰਡ ਆਪਸ਼ਨ ਹੋਵੇ ਮੋਨੋਕੋਟੀਲੀਡਨਸ ਦੀ ਐਂਬਰੀਓ ਦੀ ਡਿਵੈਲਪਮੈਂਟ ਦੀ ਆ, ਥਰਡ ਆਪਸ਼ਨ ਹੋਵੇ both 1 and 2। ਠੀਕ ਹੈ, then you will only go for the 1। ਠੀਕ ਹੈ, ਕਿਉਂਕਿ ਇਹਨਾਂ ਨੇ ਇੱਥੇ ਵੀ ਦਿੱਤਾ ਹੈ ਅਤੇ ਉੱਥੇ ਫਿਗਰ ਦੇ ਨੀਚੇ ਵੀ ਦਿੱਤਾ ਹੈ ਕਿ ਡਾਈਕੋਟੀਲੀਡਨਸ ਡਾਈਕੋਟ ਤੇ ਐਂਬਰੀਓ ਦੀ ਹੀ ਡਿਵੈਲਪਮੈਂਟ ਆ। ਓਕੇ, ਯੂ ਕੈਨ ਸੀ ਸਟੇਜਸ ਇਨ ਐਂਬਰੀਓ ਡਿਵੈਲਪਮੈਂਟ ਇਨ ਡਾਈਕੋਟ। ਅਤੇ ਜੇ ਫਿਗਰ ਆਈਡੈਂਟੀਫਿਕੇਸ਼ਨ ਆਵੇ both 1 and 2 ਨਹੀਂ ਕਲਿੱਕ ਕਰਨਾ। The zygote gives rise to the proembryo and subsequently to the globular, heart-shaped and mature. Zygote ਤੋਂ proembryo ਬਣਦਾ ਹੈ, ਫਿਰ ਉਹਦੇ ਬਾਅਦ ਅੱਗੇ globular ਬਣ ਜਾਂਦਾ, heart-shaped ਬਣ ਜਾਂਦਾ, mature embryo ਬਣ ਜਾਂਦਾ, and this is how the embryonic development takes place. A typical dicotyledonous embryo consists of an embryonal axis and two cotyledons. ਇੱਕ typical dicot embryo ਦੇ ਵਿੱਚ ਕੀ ਹੁੰਦੀ ਹੈ, ਇੱਕ embryonal axis ਹੁੰਦੀ ਹੈ and ਦੋ cotyledons ਹੈ। ਠੀਕ ਆ, suppose this is the embryonal axis. Suppose this is the embryonal axis and this is the level of the development of cotyledons. ਪਰ ਮੈਂ ਤੁਹਾਨੂੰ ਦਿਖਾ ਦਿੰਦੀ ਮੈਂ ਕਿੱਦਾਂ ਕਹਿਣਾ ਚਾਹੁੰਦੀ ਹਾਂ। ਸੌਰੀ ਮੰਨ ਲਓ ਇਹ ਆਪਣੀ ਐਂਬਰੀਓਨਲ ਐਕਸਿਸ ਸੀ, ਇੱਥੇ ਆਪਣਾ ਐਂਬਰੀਓ ਸੀਗਾ। ਠੀਕ ਹੈ, ਇਹ ਸਾਰਾ ਆਪਣਾ ਐਂਬਰੀਓ ਸੀਗਾ, ਅਤੇ ਇਸ ਲੈਵਲ ਦੇ ਉੱਪਰ ਨਾ ਇੱਥੋਂ ਅੱਗੇ ਫੁੱਟ ਪੈਣੀ ਲੱਗ ਗਈ, ਮਤਲਬ ਇੱਥੋਂ ਅੱਗੇ ਇਸ ਲੈਵਲ ਦੇ ਉੱਪਰ, ਕਿਸ ਲੈਵਲ ਦੇ ਉੱਪਰ, ਇਸ ਲੈਵਲ ਦੇ ਉੱਪਰ ਕੀ ਹੈ, ਕੋਟੀਲੀਡਨ ਡਿਵੈਲਪਮੈਂਟ ਸ਼ੁਰੂ ਹੋਈ ਆ। ਅਗਰ ਇੰਨਾ ਬਣਾਇਆ ਕੋਈ ਪੈਦਾ ਹੋਇਆ,
गलती नाल क्लिक हो गया। लेट अस ट्राई इट अगेन। मैं क्या सीगा एम्ब्रियोनल एक्सिस है एंड दिस इज द लेवल वे डाइकॉट डिवेलपमेंट अकर्ड। ठीक आ। तो फिर आपने इत्थे एम्ब्रियो बनाया सी ते एम्ब्रियो तो बाद इत्थे आपने दो कॉटिलडॉन्स बनाए सीगे। ठीक है। तो मैं तुहानूं कहा सी कि यह वो लैवल आ जिथे डाइकॉट की डिवेलपमेंट जी है सॉरी कॉटिलडॉन्स की डिवेलपमेंट जी है शुरू हुई है। तो इस लैवल तो उपर ठीक है इस लैवल तो उपर जी एम्ब्रियोनल एक्सिस होगी दिस थिंग दिस ब्लैक थिंग। ठीक है उन्होंने आप कहने एपीकोटाइल। ठीक है एपीकोटाइल इतने लिखा होएगा। तो इस लैवल तो नीचे मतलब कि जिथे कॉटिलडॉन की डिवेलपमेंट शुरू हुई उस लैवल तो नीचे दैट इज एनी अदर कलर ये चीज़ होगी जी एम्ब्रियोनल एक्सिस की उन्होंने आप कहने हाइपोकोटाइल यार नीचे लिखा होएगा। ठीक है हाइपोकोटाइल। सो एपीकोटाइल तो हाइपोकोटाइल के बहुत कन्फ्यूजन होंगी है ये मैं तुम्हें पहला दसता एपीकोटाइल तो हाइपोकोटाइल का। ना हुण आपां एक बारी देख लैंदे आ डाइकॉट एम्ब्रियो। सो दिस इज अ टिपिकल डाइकॉट एम्ब्रियो। आ अपनी होगी ऊपरों लेके नीचे तक एम्ब्रियोनल एक्सिस तो इत्थे प्लूम्यूल आ जिथे कॉटिलडॉन्स शुरू होंगे हैं ना उत्थे प्लूम्यूल होंदा गा। तो उदों उपर वाला लैवल जिहड़ा आ इन्ना जिहड़ा लाल रेड वाला हैगा। ठीक है वो की होया एपीकोटाइल तो उदों नीचे वाला जिहड़ा होगा दिस ग्रीन वन। ठीक है वो की होगा हाइपोकोटाइल। ठीक है प्लूम्यूल कित्थे प्रेजेंट होंदा गा प्लूम्यूल इज द प्रेजेंट जिथे कॉटिलडॉन्स शुरू होंगे हैं। तुसीं कह सकते हो जिहड़ा एपीकोटाइल है ना एपीकोटाइल वो अगे जाके प्लूम्यूल दे विच टर्मीनेट हो जाता। तो प्लूम्यूल वो स्ट्रक्चर है जिथों जी शूट की ग्रोथ है शुरू होंगी हैगी। तो रेडिकल वो स्ट्रक्चर है जिथों रूट की ग्रोथ शुरू होंगी हैगी। तो रेडिकल दे एंड ते कौन प्रेजेंट होंदा रूट कैप प्रेजेंट होंदा गा। ठीक है रूट कैप ये की है प्रोटैक्ट करके रखता है रूट्स नूं। तो रेडिकल तो कौन शुरू होंगी रूट ग्रोथ होगी। ओके सो दिस इज अ टिपिकल डाइकॉट एम्ब्रियो। Now let's read it. A typical dicotyledonous embryo consists of an embryonal axis and two cotyledons. Typical dicotyledonous embryo ਦੇ ਵਿੱਚ ਕੀ ਹੁੰਦਾ ਹੈ ਇੱਕ embryonal axis ਹੁੰਦੀ ਹੈ two cotyledons ਹੁੰਦੇ ਆ। The portion of the embryonal axis above the level of cotyledon is the haplicotyle which terminates with the plumule or stem tip। ठीक है मैं तुहानूं पहले ही दसता सी दे कि एम्ब्रियोनल एक्सिस के उपर वाला पोर्शन जिहड़ा हुंदा उहनूं आपां कहने आंगे एपीकोटाइल ते एपीकोटाइल अगे जाके टर्मीनेट हो जांदा गा प्लूम्यूल दे विच और यू कैन से स्टैम टिप दे विच। ठीक है जिहड़ा सिलेंड्रिकल पोर्शन कॉटिलडॉन्स के लैवल तो नीचे प्रेजेंट हुंदा उहनूं आपां कहने आंगे हाइपोकोटाइल ते ओह की आ हाइपोकोटाइल अगे जाके किहदे विच टर्मीनेट हो जांदा गा रेडिकल दे विच या तुसीं कह सकदे हो रूट टिप दे विच। ते जिहड़ी रूट टिप आ ओह किहदे नाल कवर्ड हुंदी आ इट इज़ कवर्ड विद द root cap। Embryos of monocotyledons possess only one cotyledon। ਜਿਹੜੇ ਮੋਨੋਕੋਟਸ ਹੁੰਦੇ ਆ ਉਹਨਾਂ ਦੇ ਵਿੱਚ ਸਿਰਫ ਤੇ ਸਿਰਫ ਇੱਕੋ ਹੀ ਕੋਟਿਲਡਨ ਹੁੰਦਾ ਹੈਗਾ। ਇਨ ਦ ਗ੍ਰਾਸ ਫੈਮਿਲੀ ਦ ਕੋਟਿਲਡਨ ਇਜ਼ ਸਕੂਟੈਲਮ ਦੈਟ ਇਜ਼ ਸਿਚੁਏਟਡ ਟੂਵਰਡਸ ਵਨ ਸਾਈਡ ਲੇਟਰਲ ਆਫ ਦ ਐम्ब्रियोनल एक्सिस। ਤੇ ਗ੍ਰਾਸ ਫੈਮਿਲੀ ਦੇ ਵਿੱਚ ਉਸ ਕੋਟਿਲਡਨ ਨੂੰ ਕੀ ਕਿਹਾ ਜਾਂਦਾ ਹੈਗਾ ਸਕੂਟੈਲਮ ਕਿਹਾ ਜਾਂਦਾ ਹੈਗਾ। ਅਗਰ ਤੁਹਾਨੂੰ ਕਹੇ ਕਿ ਮੋਨੋਕੋਟਸ ਦੇ ਵਿੱਚ ਕਿ ਸਾਰੇ ਮੋਨੋਕੋਟਸ ਦੇ ਵਿੱਚ ਆਲ ਮੋਨੋਕੋਟਸ ਦੇ ਵਿੱਚ ਜਿਹੜਾ ਕੋਟਿਲਡਨ ਆ ਉਹਨੂੰ ਸਕੂਟੈਲਮ ਕਹਿੰਦਾ ਨੋ ਇਟਸ ਰੋਂਗ ਓਨਲੀ ਗ੍ਰਾਸ ਫੈਮਿਲੀ ਦੇ ਵਿੱਚ ਜਿਹੜਾ ਕੋਟਿਲਡਨ ਹੈ ਉਹਨੂੰ ਸਕੂਟੈਲਮ ਕਹਿ ਦਿੰਦਾ ਇਟ ਇਜ਼ ਰਿਟਨ ਇਨ ਦ NCERT ਸੋ ਵੀ ਹੈਵ ਟੂ ਗੋ ਵਿਦ ਦੈਟ ਓਨਲੀ। ਅਤੇ ਜਿਹੜਾ ਮੋਨੋਕੋਟਸ ਹੁੰਦੇ ਆ ਨਾ ਉਹਨਾਂ ਦੇ ਵਿੱਚ ਜਿਹੜਾ ਇੱਕ ਕੋਟਿਲਡਨ ਹੁੰਦਾ ਹੈਗਾ ਫੋਰ ਐਗਜ਼ਾਮਪਲ ਸਕੂਟੈਲਮ ਦੀ ਗੱਲ ਕਰਦੇ ਹਾਂ ਉਹ ਵੀ ਵੈਸਟੀਜੀਅਲ ਹੁੰਦਾ ਉਹਦਾ ਕੋਈ ਕੰਮ ਨਹੀਂ ਹੁੰਦਾ। ਡਾਈਕੋਟਸ ਦੇ ਵਿੱਚ ਤਾਂ ਕੰਮ ਹੁੰਦਾ ਅਤੇ ਇਟ ਪ੍ਰੋਵਾਈਡਸ ਨਰਿਸ਼ਮੈਂਟ ਨਿਊਟ੍ਰੀਸ਼ਨ ਟੂ ਦ ਐम्ब्रियो यू कैन सी बट डाइकॉट्स सॉरी मोनोकॉट्स ਦੇ ਵਿੱਚ ਕੋਈ ਕੰਮ ਨਹੀਂ ਹੁੰਦਾ ਜਿਹੜਾ ਐम्ब्रियो ਹੁੰਦਾ ਉਹਦਾ। ठीक है at its end the embryonal axis has the radical and the root cap enclosed in an undifferentiated sheath called the collier rhizome। so before knowing this we should see the diagram of monocot embryo। this is the monocot embryo and this is the level from where the
you can say cotyledon is growing. So the axis above this thing would be called as epicotyle, and the axis below this, embryonal axis below this, will be called as the hypocotyle. So on the only one cotyledon in monocots is the scutellum, and ਕੋਲੀਪਟਾਈਲ ਕਵਰਸ ਦਾ ਸ਼ੂਟ ਐਪੈਕਸ। ਠੀਕ ਹੈ, ਆਪਣਾ ਕੀ ਹੈ, ਸ਼ੂਟ ਐਪੈਕਸ ਹੁੰਦੀ ਹੈ, ਸ਼ੂਟ ਟਿਪ ਹੁੰਦੀ ਹੈ, ਜਾਂ ਤੁਸੀਂ ਕਹਿ ਰਹੇ ਪਲੂਮਿਊਲ ਹੁੰਦੀ ਹੈ। ਪਲੂਮਿਊਲ ਨੂੰ ਇੱਕ ਅਨਡਿਫਰੈਂਸ਼ੀਏਟਡ ਸ਼ੀਟ ਜਿਹੜੀ ਹੈ ਕਵਰ ਕਰਦੀ ਹੈ, ਪ੍ਰੋਟੈਕਸ਼ਨ ਦੇ ਲਈ ਹੁੰਦੀ ਹੈ, ਜਿਹਨੂੰ ਕਿ ਆਪਾਂ ਕੋਲੀਪਟਾਈਲ ਕਹਿੰਦੇ ਹਾਂ। ਅਤੇ ਸਿਮਿਲਰ ਅਨਡਿਫਰੈਂਸ਼ੀਏਟਡ ਸ਼ੀਟ ਜਿਹੜੀ ਆ ਰੂਟ ਟਿਪ ਨੂੰ ਵੀ ਕਵਰ ਕਰਦੀ ਹੈ, ਜਿਹਨੂੰ ਕਿ ਆਪਾਂ ਕੋਲੀਰਾਈਜ਼ਾ ਕਹਿੰਦੇ ਹਾਂ। ਸੋ ਵਨ ਇੰਪੋਰਟੈਂਟ ਥਿੰਗ, ਅਤੇ ਇੱਥੇ ਲੇਬਲਿੰਗ ਦੇ ਵਿੱਚ ਨਾ ਬਹੁਤ ਬੱਚੇ ਕਨਫਿਊਜ਼ ਹੋ ਜਾਂਦੇ ਆ ਕਿ ਰੂਟ ਕੈਪ ਪਹਿਲਾਂ ਹੁੰਦਾ, ਮਤਲਬ ਕੋਲੀਰਾਈਜ਼ਰ ਰੂਟ ਕੈਪ ਦੇ ਬਾਹਰ ਹੁੰਦੀ ਹੈ ਕਿ ਰੂਟ ਕੈਪ ਅੰਦਰ ਹੁੰਦੀ ਹੈ। ਅਤੇ ਕੋਲੀਰਾਈਜ਼ਰ ਰੂਟ ਕੈਪ ਦੇ ਵੀ ਬਾਹਰ ਹੁੰਦੀ ਹੈ। ਮਤਲਬ ਰੂਟ ਕੈਪ ਦਾ ਕੰਮ ਹੁੰਦਾ ਰੂਟ ਟਿਪ ਨੂੰ ਕੀ ਕਰਨਾ, ਪ੍ਰੋਟੈਕਟ ਕਰਨਾ। ਕੋਲੀਰਾਈਜ਼ਰ ਦਾ ਕੰਮ ਰੂਟ ਟਿਪ ਨੂੰ ਪ੍ਰੋਟੈਕਟ ਕਰਨਾ ਹੁੰਦਾ, ਬਟ ਰੂਟ ਕੈਪ ਨੂੰ ਪ੍ਰੋਟੈਕਟ ਕਰਦੀ, ਮਤਲਬ ਰੂਟ ਕੈਪ ਤੋਂ ਵੀ ਬਾਹਰ ਹੋਊਗੀ ਕੋਲੀਰਾਈਜ਼ਾ। ਓਕੇ, you can say that colyriza encloses both radicle as well as the root cap. Okay, ਤੇ ਆ ਇੱਕ ਛੋਟਾ ਜਿਹਾ ਐਪੀਬਲਾਸਟ, ਮਤਲਬ ਤੁਸੀਂ ਕਹਿ ਸਕਦੇ ਹੋ ਉਹ ਕੋਟਿਲਡਨ ਜਿਹਦੀ ਗਰੋਥ ਨਹੀਂ ਹੋਈ। ਠੀਕ ਹੈ, ਔਰ ਇਹਨੂੰ ਆਪਾਂ ਰਿਡਿਊਸਡ ਕੋਟਿਲਡਨ ਵੀ ਕਿਹਾ ਜਾਂਦਾ। ਠੀਕ ਹੈ, ਇਹਨੂੰ ਕੀ ਕਿਹਾ ਜਾਂਦਾ, ਰਿਡਿਊਸਡ ਕੋਟਿਲਡਨ ਕਿਹਾ ਜਾਂਦਾ। ਜੇ ਆਪਾਂ ਕੋਲੀਪਟਾਈਲ ਦੀ ਥੋੜ੍ਹੀ ਜਿਹੀ ਡਿਸਕ੍ਰਿਪਸ਼ਨ ਦੇਣੀ ਹੋਵੇ ਦੈਟ ਹਾਊ ਇਟ ਇਜ਼ ਲਾਈਕ, ਤਾਂ ਕੋਲੀਪਟਾਈਲ ਜਿਹੜੀ ਹੁੰਦੀ ਆ ਹੋਲੋ ਹੁੰਦੀ ਆ। ਠੀਕ ਹੈ, ਮਤਲਬ ਅੰਦਰ ਇਹਦੇ ਕੁਛ ਨਹੀਂ ਹੁੰਦਾ, ਖੋਖਲੀ ਹੁੰਦੀ ਆ। ਫੋਲੀਅਰ ਹੁੰਦੀ ਆ, ਫੋਲੀਅਰ ਮੀਨਸ ਇਹ ਕੀ ਹੁੰਦੀ ਆ, ਲੀਫ ਲਾਈਕ ਹੁੰਦੀ ਆ। that is foliar, and the same goes with the colyriza too. But colyriza ਦੀ differentiation ਹੁੰਦੀ ਹੈ that it is undifferentiated, sorry, colyriza ਦੀ definition ਹੁੰਦੀ ਹੈ that it is undifferentiated sheath. Now let us read it. At its lower end, the embryonal axis has the radicle and the root cap. ठीक है, lower end ਦੇ ਉੱਪਰ embryonal axis ਦੇ ਕੋਲ ਕੀ ਹੁੰਦਾ, radicle ਹੁੰਦਾ ਤੇ root cap ਹੁੰਦਾ, ਜਿਹੜੇ ਕਿ ਇੱਕ undifferentiated sheath ਦੇ ਵਿੱਚ ਬੰਨੇ ਹੋਏ ਹੁੰਦੇ ਆ, ਦੇ ਵਿੱਚ ਪਏ ਹੁੰਦੇ ਆ, ਅਤੇ ਉਸ undifferentiated sheath ਨੂੰ ਆਪਾਂ ਕੋਲੀਰਾਈਜ਼ਾ ਕਹਿੰਦੇ ਹਾਂ। ਅਤੇ ਜਿਹੜਾ embryonal axis ਦਾ ਪਾਰਟ ਸਕੂਟੈਲਮ ਦੇ ਅਟੈਚਮੈਂਟ ਲੈਵਲ ਦੇ ਉੱਪਰ ਹੁੰਦੇ ਨੇ, ਆਪਾਂ ਐਪੀਕੋਟਾਈਲ ਕਹਿੰਦੇ ਹਾਂ। ਠੀਕ ਹੈ, ਐਪੀਕੋਟਾਈਲ ਦੇ ਕੋਲ ਕੀ ਹੁੰਦਾ, ਸ਼ੂਟ ਐਪੈਕਸ ਹੁੰਦਾ ਅਤੇ ਕੁਝ ਲੀਫ ਪ੍ਰਾਇਮੋਰਡੀਆ ਹੁੰਦੇ ਆ। ਠੀਕ ਹੈ, ਕੁਝ ਲੀਫ ਪ੍ਰਾਇਮੋਰਡੀਆ ਹੁੰਦੇ ਆ, ਸ਼ੂਟ ਐਪੈਕਸ। ਕੋਲੀਓਰਾਈਜ਼ਾ ਦੇ ਵਿੱਚ ਕੀ ਹੋਊਗਾ, ਰੈਡੀਕਲ ਅਤੇ ਰੂਟ ਕੈਪ। ਅਤੇ ਕੋਲੀਓਪਟਾਈਲ ਦੇ ਵਿੱਚ ਕੀ ਹੋਊਗਾ, ਕੋਲੀਪਟਾਈਲ ਦੇ ਵਿੱਚ ਕੀ ਹੋਊਗਾ, ਸ਼ੂਟ ਐਪੈਕਸ ਅਤੇ ਕੁਝ ਐਂਡ ਸਮ ਲੀਫ ਪ੍ਰਾਇਮੋਰਡੀਆ। ਅਤੇ ਇਹ ਕਿਹਦੇ ਵਿੱਚ ਪ੍ਰੈਜ਼ੈਂਟ ਹੁੰਦਾ, ਕੋਲੀਪਟਾਈਲ ਦੇ ਵਿੱਚ। ਅਤੇ ਕੋਲੀਪਟਾਈਲ ਦੀ ਡੈਫੀਨੇਸ਼ਨ ਕੀ ਆ, ਹੋਲੋ ਫੋਲੀਅਰ ਸਟਰਕਚਰ। Soak a few seeds in water, say of wheat, maize, peas, chickpeas, groundnut overnight. Then split the seeds and observe the various parts of the embryo and the seed. You may perform this experiment